ਸਾਡਾ ਜੋ ਜੀਣਾ ਹੈ ਉਹ ਜੀਵਨ ਇਕੱਲਾ ਨਹੀਂ ਹੈ। ਅਸੀਂ ਵਿਅਕਤੀ ਤਾਂ ਹਾਂ, ਲੇਕਿਨ ਇਕੱਲੇ ਨਹੀਂ। ਇੱਕ ਇੱਕ ਲਹਿਰ ਦੀ ਆਪਣੀ ਸ਼ਖਸੀਅਤ ਹੈ, ਲੇਕਿਨ ਇੱਕ ਇੱਕ ਲਹਿਰ ਦੀ ਅਲੱਗ ਸ਼ਖਸੀਅਤ ਨਹੀਂ ਹੈ। ਸ਼ਖਸੀਅਤ ਸਾਡੀ ਅਲੱਗ-ਅਲੱਗ ਹੈ, ਲੇਕਿਨ ਹੋਂਦ ਸਾਡੀ ਸਮੂਹਿਕ ਹੈ। ਉਹ ਜੋ ਹੋਂਦ ਦੇ ਹੇਠਾਂ ਫੈਲਾਓ ਹੈ, ਉਹ ਜੇ ਸਾਡੇ ਅਨੁਭਵ ਵਿੱਚ ਆ ਜਾਵੇ ਤਾਂ ਸਾਰੇ ਦੁੱਖ, ਸਾਰੀ ਪੀੜ, ਸਾਰਾ ਆਨੰਦ, ਸਭ ਕੁਝ, ਸਭ ਦੇ ਲਈ ਅਸੀਂ ਹੀ ਜ਼ਿੰਮੇਵਾਰ ਹਾਂ। ਇਹ ਗੱਲ ਸਾਡੇ ਸਮਝ ਵਿੱਚ ਆ ਜਾਵੇ। ਜੇ ਇੱਕ ਦਫਾ ਇਹ ਬੋਧ ਮਨੁੱਖ ਜਾਤੀ ਨੂੰ ਹੋ ਜਾਵੇ ਤਾਂ ਫਿਰ ਜ਼ਿੰਦਗੀ ਬਦਲਣ ਵਿੱਚ ਦੇਰ ਨਹੀਂ ਲੱਗੇਗੀ। ਪਰ ਅਸੀਂ ਜੋ ਸਮਾਜ ਬਣਾਇਆ ਹੈ ਉਹ ਤਾਂ ਅਜਿਹਾ ਹੈ ਕਿ ਇੱਕ ਆਦਮੀ ਰੋਗੀ ਹੋ ਜਾਵੇ, ਫਿਰ ਅਸੀਂ ਇੰਤਜ਼ਾਮ ਕਰਦੇ ਹਾਂ ਉਸ ਦੇ ਇਲਾਜ ਦਾ। ਹੁਣ ਅਸੀਂ ਵੱਧ ਤੋਂ ਵੱਧ ਇਲਾਜ ਇੰਨਾ ਹੀ ਕਰ ਸਕਦੇ ਹਾਂ ਕਿ ਉਸ ਨੂੰ ਅਸੀਂ ਇੱਕ ਸੀਮਾ ਤੱਕ ਰੋਗੀ ਰਹਿਣ ਦਈਏ, ਜਿੰਨੀ ਸੀਮਾ ਤੱਕ ਕੰਮ ਚੱਲ ਸਕਦਾ। ਇੱਕ ਆਉਂਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਪਾਗਲ ਹੋ ਗਿਆ, ਇਸ ਨੂੰ ਠੀਕ ਕਰਨਾ ਹੈ। ਤਾਂ ਇਹਦਾ ਮਤਲਬ ਕੇਵਲ ਇਹੀ ਹੈ ਕਿ ਦੁਨੀਆ ਜਿੰਨੇ ਪਾਗਲਪਨ ਲਈ ਰਾਜੀ ਹੈ, ਓਨੇ ਪਾਗਲਪਨ ਤੱਕ ਇਸ ਨੂੰ ਪਾਗਲ ਹੋਣਾ ਚਾਹੀਦਾ, ਉਸ ਤੋਂ ਜ਼ਿਆਦਾ ਨਹੀਂ। ਉਸ ਤੋਂ ਜ਼ਿਆਦਾ ਹੋ ਗਿਆ ਤਾਂ ਕਠਿਨਾਈ ਵੀ ਸ਼ੁਰੂ ਹੋ ਗਈ। ਦਰਅਸਲ ਪਾਗਲਪਨ ਵੀ ਦੋ ਤਰ੍ਹਾਂ ਦੇ ਹਨ। ਇੱਕ ਸਮੂਹਿਕ ਪਾਗਲਪਨ, ਜਿਸ ਨੂੰ ਅਸੀਂ ਸਵੀਕਾਰ ਕੀਤਾ ਹੋਇਆ ਹੈ, ਅਤੇ ਇੱਕ ਵਿਅਕਤੀਗਤ ਪਾਗਲਪਨ ਜੋ ਸਾਨੂੰ ਸਵੀਕਾਰ ਨਹੀਂ। ਇਸ ਲਈ ਅਸੀਂ ਪਾਗਲ ਦਾ ਤਾਂ ਇਲਾਜ ਕਰਵਾਉਂਦੇ ਹਾਂ, ਪਰ ਸਮਾਜ ਉੱਥੇ ਦਾ ਉੱਥੇ ਹੀ ਹੈ। ਉਹਨਾਂ ਲੋਕਾਂ 'ਚ, ਉਹ ਸਮਾਜ ਵਿੱਚ ਜੇ ਇੱਕ ਔਰਤ ਪਾਗਲ ਹੋ ਜਾਵੇ, ਉਸ ਦਾ ਇਲਾਜ ਕਰਵਾ ਕੇ ਉਸ ਨੂੰ ਫਿਰ ਅਸੀਂ ਉਹੀ ਦੁਨੀਆ 'ਚ, ਉਹੀ ਪਰਿਵਾਰ 'ਚ ਪਹੁੰਚਾ ਦਿੰਦੇ ਹਾਂ ਜਿੱਥੇ ਉਹ ਪਾਗਲ ਹੋਈ ਸੀ। ਉਹ ਦੁਨੀਆ ਵਿੱਚ, ਉਹ ਪਰਿਵਾਰ ਵਿੱਚ ਤਾਂ ਕੋਈ ਫਰਕ ਨਹੀਂ ਹੋਇਆ, ਉੱਥੇ ਤਾਂ ਕੁਝ ਵੀ ਨਹੀਂ ਬਦਲਿਆ, ਸਾਰਾ ਕੁਝ ਉਵੇਂ ਦਾ ਉਵੇਂ ਹੀ ਹੈ। ਇਹ ਇਸਤਰੀ ਉੱਥੇ ਹੀ ਪਾਗਲ ਹੋਈ ਸੀ, ਉਸ ਨੂੰ ਅਸੀਂ ਠੀਕ ਕਰਕੇ ਫਿਰ ਉਸੇ ਘਰ ਵਿੱਚ ਪਹੁੰਚਾ ਦਿੱਤਾ, ਉਸੇ ਦੁਨੀਆ ਵਿੱਚ ਪਹੁੰਚਾ ਦਿੱਤਾ। ਹੁਣ ਫਿਰ ਇਹ ਪਾਗਲ ਹੋ ਸਕਦੀ ਹੈ। ਇਸ ਦੇ ਪਾਗਲ ਹੋਣ ਦੇ ਸਾਰੇ ਕਾਰਨ ਆਪਣੀ ਆਪਣੀ ਜਗ੍ਹਾ 'ਤੇ ਮੌਜੂਦ ਹਨ। ਇਸ ਦੇ ਪਾਗਲ ਹੋਣ ਵਿੱਚ ਇਸ ਦਾ ਪਤੀ ਇਹ ਨਹੀਂ ਸੋਚਦਾ ਕਿ ਮੈਂ ਵੀ ਜ਼ਿੰਮੇਵਾਰ ਹੋ ਸਕਦਾ। ਉਹ ਕਹਿੰਦਾ ਹੈ ਕਿ ਇਹ ਪਾਗਲ ਹੋ ਗਈ, ਇਸ ਦਾ ਇਲਾਜ ਕਰਵਾਓ। ਜੇ ਉਸ ਨੂੰ ਅਜਿਹਾ ਮਹਿਸੂਸ ਹੋ ਜਾਵੇ, ਇਸ ਦੇ ਪਾਗਲ ਹੋਣ ਵਿੱਚ ਮੈਂ ਵੀ ਜ਼ਿੰਮੇਵਾਰ ਹੋ ਸਕਦਾ। ਇਹ ਕਿਵੇਂ ਹੋ ਸਕਦਾ ਕਿ ਪਤਨੀ ਪਾਗਲ ਹੋ ਜਾਵੇ ਤੇ ਪਤੀ ਵਿੱਚ ਕੋਈ ਗੜਬੜ ਨਾ ਹੋਵੇ? ਕਿਉਂਕਿ ਪਤਨੀ ਜੋ ਹੈ ਉਹ ਪਤੀ ਦਾ ਹੀ ਦੂਜਾ ਸਿਰਾ ਹੈ। ਜੇ ਇਸ ਦਾ ਪਤੀ, ਇਸ ਦਾ ਬੇਟਾ, ਇਸ ਦਾ ਭਾਈ, ਇਸ ਦੀ ਮਾਂ, ਇਸ ਦਾ ਬਾਪ, ਇਹ ਸਾਰੇ ਸੋਚ ਸਕਣ, ਇਸ ਗੱਲ ਨੂੰ ਸਮਝ ਸਕਣ ਕਿ ਇਸ ਵਿੱਚ ਕੁਝ ਨਾ ਕੁਝ, ਕਿਤੇ ਨਾ ਕਿਤੇ ਇਸ ਨੂੰ ਪਾਗਲ ਬਣਾਉਣ ਵਿੱਚ ਅਸੀਂ ਜ਼ਿੰਮੇਵਾਰ ਹੋ ਸਕਦੇ ਹਾਂ, ਤਾਂ ਫਰਕ ਆ ਸਕਦਾ ਹੈ ਅਤੇ ਇੱਕਦਮ ਆ ਜਾਏਗਾ। ਨਹੀਂ ਤਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਇੰਨਾ ਹੀ ਕਰ ਸਕਦੇ ਹਾਂ, ਇਸ ਦਾ ਇਲਾਜ ਕਰਵਾ ਕੇ ਇਸ ਨੂੰ ਫਿਰ ਉਹੀ ਦੁਨੀਆ 'ਚ ਛੱਡ ਆਈਏ ਜਿੱਥੇ ਇਹ ਪਾਗਲ ਹੋਈ ਸੀ, ਜਿੱਥੇ ਇਸ ਨੂੰ ਪਾਗਲ ਕਰਨ ਦੇ ਸਾਰੇ ਕਾਰਨ ਮੌਜੂਦ ਹਨ। ਜ਼ੋਰ ਇਸ ਗੱਲ ਨੂੰ ਸਮਝਣ 'ਤੇ ਦੇਣਾ ਹੈ ਕਿ ਕਿਸੇ ਨਾ ਕਿਸੇ ਅਰਥ ਵਿੱਚ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰੀਏ, ਪਰ ਸਾਨੂੰ ਆਪਣੀ ਜ਼ਿੰਮੇਵਾਰੀ ਕਦੇ ਮਹਿਸੂਸ ਨਹੀਂ ਹੁੰਦੀ। ਧਿਆਨ ਰਹੇ, ਅਸੀਂ ਕਿਸੇ ਦੀ ਗੱਲ ਸੁਣ ਕੇ ਮੁਸਕਰਾਉਂਦੇ ਹਾਂ, ਹੱਸਦੇ ਹਾਂ ਜਾਂ ਫਿਰ ਤਾੜੀਆਂ ਵੀ ਮਾਰਦੇ ਹਾਂ ਤਾਂ ਅਸੀਂ ਉਸ ਦਾ ਅਨੁਕਰਨ ਕਰਦੇ ਹਾਂ। ਸਾਨੂੰ ਖਿਆਲ ਨਹੀਂ ਹੁੰਦਾ ਅਸੀਂ ਕੀ ਕਰ ਰਹੇ ਹਾਂ, ਸਾਥੋਂ ਕੇਵਲ ਕਰਵਾਇਆ ਜਾ ਰਿਹਾ ਹੈ। ਚਾਰ ਚੁਫੇਰੇ ਜੋ ਕੁਝ ਹੋ ਰਿਹਾ ਹੈ ਉਹੀ ਅਸੀਂ ਵੀ ਕਰਨ ਲੱਗ ਜਾਂਦੇ ਹਾਂ। ਜੇ ਕਿਧਰੇ 50 ਆਦਮੀ ਇਕੱਠੇ ਹੋਣ, ਜੇ ਉਹਨਾਂ ਵਿੱਚੋਂ ਇੱਕ ਖੰਘ ਪਵੇ
ਤਾਂ ਦੋ ਚਾਰ ਹੋਰ ਵੀ ਖੰਘਣ ਲੱਗ ਪੈਂਦੇ ਨੇ। ਇਹ ਸਾਡੀ ਬਿਰਤੀ ਹੈ ਕਿ ਕੋਈ ਕੁਝ ਕਰੇਗਾ ਤਾਂ ਸਾਨੂੰ ਵੀ ਖਿਆਲ ਆ ਜਾਂਦਾ ਹੈ ਕਿ ਇਹ ਕੰਮ ਕਰਨਾ ਚਾਹੀਦਾ ਹੈ। ਖਿਆਲ ਆਉਂਦੇ ਹੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਇਹ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਛੋਟੇ ਤੋਂ ਛੋਟਾ ਕੰਮ ਇਸ ਸੰਸਾਰ ਦੇ ਵੱਡੇ ਤੋਂ ਵੱਡੇ ਕੰਮ ਪਿੱਛੇ ਬੁਨਿਆਦ ਹੈ। ਜੇ ਤੁਸੀਂ ਬਿਨਾਂ ਸੋਚੇ ਸਮਝੇ ਕਿਸੇ ਗੱਲ ਤੇ ਤਾੜੀ ਵਜਾ ਦਿੱਤੀ ਤਾਂ ਤੁਸੀਂ ਇੱਕ ਅਜਿਹੀ ਦੁਨੀਆ ਬਣਾ ਰਹੇ ਹੋ ਜੋ ਬਿਨਾਂ ਸੋਚ ਸਮਝਦੇ ਚੱਲੇਗੀ। ਇੰਨਾ ਛੋਟਾ ਕਰਮ ਵੀ ਇੰਨਾ ਵੱਡਾ ਕਾਰਨ ਬਣੇਗਾ। ਇਸ ਦਾ ਬੋਧ ਜੇ ਤੁਹਾਨੂੰ ਹੋ ਜਾਵੇ ਤਾਂ ਤੁਸੀਂ ਆਪਣੇ ਜੀਵਨ ਦਾ ਢੰਗ ਬਦਲ ਲਵੋਗੇ। ਤਾਂ ਤੁਸੀਂ ਬਹੁਤ ਹੈਰਾਨ ਹੋਵੋਗੇ ਕਿ ਲੋਕ ਬਿਲਕੁਲ ਮਸ਼ੀਨਾਂ ਵਾਂਗ ਚੱਲ ਰਹੇ ਹਨ, ਵਿਵਹਾਰ ਕਰ ਰਹੇ ਹਨ। ਜਿਸ ਦਿਨ ਤੁਸੀਂ ਹੋਸ਼ ਨਾਲ ਜੀਣਾ ਸ਼ੁਰੂ ਕਰੋਗੇ ਉਸ ਦਿਨ ਤੁਸੀਂ ਹੈਰਾਨ ਹੋਵੋਗੇ ਅਤੇ ਦੇਖੋਗੇ ਕਿ ਦੁਨੀਆ ਕਿਵੇਂ ਬੇਹੋਸ਼ੀ ਨਾਲ ਚੱਲਣ ਵਾਲੇ ਲੋਕਾਂ ਨਾਲ ਭਰੀ ਪਈ ਹੈ। ਬੇਹੋਸ਼ੀ ਵਿੱਚ ਸਭ ਹੁੰਦਾ ਤੁਰਿਆ ਜਾ ਰਿਹਾ ਹੈ। ਇਹ ਬੇਹੋਸ਼ੀ ਦੀ ਦੁਨੀਆ ਨੂੰ ਤੋੜਨ ਵਾਲੇ ਤੁਹਾਨੂੰ ਹੀ ਬਣਨਾ ਪਵੇਗਾ, ਨਹੀਂ ਤਾਂ ਹੋਰ ਕੌਣ ਤੋੜੇਗਾ। ਇੰਨਾ ਪੱਕਾ ਹੈ ਜੇ ਇੱਕ ਆਦਮੀ ਵੀ ਬੇਹੋਸ਼ੀ ਦੀਆਂ ਧਾਰਾਵਾਂ ਤੋੜ ਕੇ ਹੋਸ਼ ਵਿੱਚ ਸੋਚ ਸਮਝ ਕੇ ਜੀਣਾ ਸ਼ੁਰੂ ਕਰਦਾ ਹੈ ਤਾਂ ਉਹ ਨਵੀਆਂ ਧਾਰਾਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਕਿਉਂਕਿ ਹਰ ਕੰਮ ਦੀਆਂ ਧਾਰਾਵਾਂ ਤਾਂ ਪੈਦਾ ਹੋਣਗੀਆਂ, ਤਰੰਗਾਂ ਤਾਂ ਪੈਦਾ ਹੋਣਗੀਆਂ, ਚਾਹੇ ਤੁਸੀਂ ਉਹ ਹੋਸ਼ ਵਿੱਚ ਕਰੋ ਜਾਂ ਬੇਹੋਸ਼ੀ ਵਿੱਚ।